ਹੈਲੋ ਸਟੂਡੈਂਟਸ, ਸਤਿ ਸ਼੍ਰੀ ਅਕਾਲ ਟੂ ਐਵਰੀਬਡੀ ਆਲਸੋ। ਅਤੇ ਹੋਰ ਬੱਚੇ ਕਿਵੇਂ ਹੋ? ਗਰਮੀ ਬਹੁਤ ਜ਼ਿਆਦਾ ਆ, ਬੀ ਕੇਅਰਫੁਲ, ਵੱਧ ਤੋਂ ਵੱਧ ਪਾਣੀ ਪੀਓ, ਘਰ ਬੈਠੋ ਪੱਖੇ ਥੱਲੇ, ਠੀਕ ਹੈ। ਅਤੇ ਬੱਚੇ ਹੁਣ ਆ ਜਾਓ ਆਪਣੇ ਵੀਕ ਪੁਆਇੰਟ 'ਤੇ। ਆਪਾਂ ਅੱਜ ਹੁਣ ਚੈਪਟਰ ਸਟਾਰਟ ਕਰਨਾ ਆ, ਚੈਪਟਰ 14 ਚੈਪਟਰ ਕਿਹੜਾ ਹੈਗਾ ਹੈ? ਜਿਓਮੈਟਰੀ, ਠੀਕ ਹੈ। ਇਹਦੇ ਵਿੱਚ ਆਪਾਂ ਕੁਛ ਜਿਓਮੈਟਰੀ ਨਾਲ ਰਿਲੇਟਡ ਸਮ ਕਰਾਂਗੇ। ਪਹਿਲਾਂ ਬੇਸਿਕਲੀ ਮੈਂ ਦੱਸ ਦਿੰਦੀ ਹਾਂ ਕਿ ਇਹਦੇ ਵਿੱਚ ਹੈ ਕੀ ਆ। ਜਿਵੇਂ ਇਹਦੇ ਵਿੱਚ ਕੁਝ ਡੈਫੀਨੇਸ਼ਨਸ ਹੈਗੀਆਂ ਆ, ਜਿਹੜੀਆਂ ਬੇਸਿਕ ਡੈਫੀਨੇਸ਼ਨ ਆ ਜਿਓਮੈਟਰੀ ਦੀਆਂ। ਪਹਿਲਾਂ ਆਪਾਂ ਜੋ ਥੋੜ੍ਹਾ ਜਿਹਾ ਉਹਨਾਂ ਨੂੰ ਮੈਂ ਇੰਟਰੋਡਿਊਸ ਕਰਵਾ ਦੇਣੀ ਉਹਨਾਂ ਡੈਫੀਨੇਸ਼ਨਸ ਦੇ ਨਾਲ। ਜਿਵੇਂ ਪਹਿਲੀ ਡੈਫੀਨੇਸ਼ਨ ਹੈਗੀ ਆ ਪੁਆਇੰਟ ਕੀ ਹੁੰਦਾ ਆ? ਐਕਚੁਅਲੀ ਪੁਆਇੰਟ ਜਿਹੜਾ ਕੀ ਡਿਸਕ੍ਰਾਈਬ ਕਰਦਾ ਐਗਜ਼ੈਕਟ ਲੋਕੇਸ਼ਨ ਆਫ ਐਨੀ ਆਬਜੈਕਟ। ਮੰਨ ਲਓ ਪੁਆਇੰਟ ਨੂੰ ਪਹਿਲੀ ਗੱਲ ਤਾਂ ਆਪਾਂ ਪੁਆਇੰਟ ਐਵੇਂ ਨੋਟ ਕਰਦੇ ਹਾਂ। ਇਹ ਕੀ ਦੱਸਦਾ ਹੈ? ਮੰਨ ਲਓ ਕੋਈ ਇਹ ਆਬਜੈਕਟ ਹੈਗਾ, ਉਹ ਇੱਥੇ ਦੱਸੂਗਾ ਵੀ ਹਾਂ ਐਸ ਐਗਜ਼ੈਕਟ ਪਲੇਸ 'ਤੇ ਕਿਹੜਾ ਪੁਆਇੰਟ ਆ ਇਹ। ਮਤਲਬ ਕਿ ਉਹ ਪੁਆਇੰਟ ਕੀ ਡਿਸਕ੍ਰਾਈਬ ਕਰਦਾ ਵਾ? ਇੱਕ ਐਗਜ਼ੈਕਟ ਲੋਕੇਸ਼ਨ ਦੱਸਦਾ ਹੈ, ਠੀਕ ਹੈ। ਵੈਸੇ ਡੈਫੀਨੇਸ਼ਨਸ ਤਾਂ ਨਹੀਂ ਆਉਂਦੀਆਂ ਕਦੀ ਵੀ ਐਗਜ਼ਾਮ ਵਿੱਚ, ਪਰ ਤੁਹਾਡੀ ਨੌਲੇਜ ਦੀ ਤੁਹਾਨੂੰ ਪਤਾ ਹੋਣਾ ਚਾਹੀਦਾ। ਸੈਕਿੰਡ ਆਪਾਂ ਕਰਨਾ ਆ ਲਾਈਨ ਸੈਗਮੈਂਟ, ਠੀਕ ਹੈ। ਲਾਈਨ ਸੈਗਮੈਂਟ ਕੀ ਹੁੰਦੀ ਆ? ਉਹ ਵਾਲੀ ਲਾਈਨ ਜਿਹਦੇ ਦੋ ਐਂਡ ਪੁਆਇੰਟ ਹੋਣ, ਜਿਹਦੇ ਕੀ ਹੋਣ? ਦੋ ਐਂਡ ਪੁਆਇੰਟ ਹੋਣ, ਠੀਕ ਹੈ। ਮੰਨ ਲਓ ਇੱਕ ਆ ਲਾਈਨ ਆ, ਇੱਥੇ ਏ ਆਬਜੈਕਟ ਆ, ਇੱਥੇ ਬੀ ਆਬਜੈਕਟ। ਮਤਲਬ ਇਹ ਲਾਈਨ ਇੱਥੋਂ ਸ਼ੁਰੂ ਹੁੰਦੀ ਆ, ਇਹਦਾ ਪਿਛਲਾ ਐਂਡ ਆ ਆ ਅਤੇ ਨੈਕਸਟ ਵਾਲਾ ਐਂਡ ਇਹਦਾ ਆ ਆ। ਮਤਲਬ ਇਹਦੇ ਕੀ ਹੈਗੇ ਆ? ਦੋ ਐਂਡ ਪੁਆਇੰਟਸ ਹੈਗੇ ਆ, ਠੀਕ ਹੈ। ਉਸ ਤੋਂ ਬਾਅਦ ਆਪਾਂ ਕੀ ਕਰਨਾ ਆ? ਥਰਡ ਡੈਫੀਨੇਸ਼ਨ ਹੈਗੀ ਆ ਲਾਈਨ ਦੀ। ਹੁਣ ਲਾਈਨ ਕੀ ਹੁੰਦੀ ਆ ਕਿ ਆਪਾਂ ਜਿਹਨੂੰ ਐਕਸਟੈਂਡ ਕਰ ਸਕਦੇ ਹਾਂ ਬੋਥ ਸਾਈਡ, ਠੀਕ ਹੈ। ਹੁਣ ਆਹ ਜਿਹੜੀ ਲਾਈਨ ਸੈਗਮੈਂਟ ਆ ਨਾ, ਲਾਈਨ ਸੈਗਮੈਂਟ ਕੀ ਆ? ਇਹ ਐਕਸਟੈਂਡ ਨਹੀਂ ਹੋ ਸਕਦੀ। ਇਹਦੇ ਐਗਜ਼ੈਕਟ ਸਟਾਰਟਿੰਗ ਪੁਆਇੰਟ ਹੁੰਦਾ ਆ ਅਤੇ ਐਗਜ਼ੈਕਟ ਜਿਹੜਾ ਫਾਈਨਲ ਪੁਆਇੰਟ ਹੁੰਦਾ ਹੈ, ਠੀਕ ਹੈ। ਅਤੇ ਲਾਈਨ ਵਿੱਚ ਕੀ ਆ? ਇਹਦਾ ਕੋਈ ਇਨੀਸ਼ੀਅਲ ਅਤੇ ਕੋਈ ਫਾਈਨਲ ਪੁਆਇੰਟ ਨਹੀਂ ਹੁੰਦਾ, ਠੀਕ ਹੈ। ਇਹ ਮਤਲਬ ਆਹ ਲਾਈਨ ਆ, ਇਹ ਇੱਧਰ ਨੂੰ ਵੀ ਐਕਸਟੈਂਡ ਹੋ ਸਕਦੀ ਆ ਅਤੇ ਇੱਧਰ ਨੂੰ ਵੀ ਐਕਸਟੈਂਡ ਹੋ ਸਕਦੀ ਆ। ਮਤਲਬ ਜਿੱਦਾਂ ਆਪਾਂ ਇੱਧਰੋਂ ਐਕਸਟੈਂਡ ਕਰ ਲਓ, ਇੱਧਰੋਂ, ਇਹਦਾ ਕੋਈ ਐਗਜ਼ੈਕਟ ਐਂਡ ਪੁਆਇੰਟ ਨਹੀਂ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਹੁੰਦੀ ਹੈ ਇੱਕ ਰੇ, ਠੀਕ ਹੈ। ਰੇ ਵੈਸੇ ਐਕਚੁਅਲੀ ਕੀ ਹੁੰਦੀ ਹੈ? ਕਿਰਨ। ਸੂਰਜ ਦੀਆਂ ਕੀ ਹੁੰਦੀਆਂ ਹੈ? ਰੇਜ਼ ਹੁੰਦੀਆਂ ਹੈ। ਹੁਣ ਸੂਰਜ ਦੀ ਰੇ ਤੋਂ ਇਸ ਰੇ ਦੀ ਡੈਫੀਨੇਸ਼ਨ ਸਿਮਿਲਰ ਆ। ਉਹਦਾ ਕੀ ਆ? ਸਟਾਰਟਿੰਗ ਪੁਆਇੰਟ ਤੇ ਹੋਊਗਾ ਪਰ ਐਂਡ ਪੁਆਇੰਟ ਨਹੀਂ ਹੋਵੇ ਵੀ ਕਿੱਥੇ ਜਾ ਕੇ ਉਹ ਚੀਜ਼ ਖਤਮ ਹੋਣੀ ਹੈ, ਠੀਕ ਹੈ। ਇਹ ਡੈਫੀਨੇਸ਼ਨਸ ਹੈਗੀਆਂ ਆ ਆਪਣੀ ਪਹਿਲੀ ਐਕਸਰਸਾਈਜ਼ ਜਿਹੜੀ ਹੈਗੀ ਆ ਨਾ, ਐਕਸਰਸਾਈਜ਼ 14.1 ਉਹਦੇ ਵਿੱਚ। ਹੁਣ ਤੁਹਾਨੂੰ ਮੈਂ ਦਿਖਾ ਦਿੰਦੀ ਹਾਂ, ਮੈਂ ਦੂਸਰੇ ਮੋਬਾਈਲ 'ਤੇ ਸਕਰੀਨਸ਼ਾਟ ਲਿੱਤਾ ਹੈ ਬੁੱਕ ਦਾ। ਤੁਹਾਡੇ ਸਾਰੇ ਬੱਚਿਆਂ ਕੋਲ ਬੁੱਕਸ ਹੈਗੀਆਂ ਆ, ਉਹ ਤੋਂ ਕਰ ਲਿਓ, ਠੀਕ ਹੈ। ਹੁਣ ਦੇਖੋ ਇਹਦੇ ਵਿੱਚ ਅਗਰ ਤੁਹਾਨੂੰ ਕਲੀਅਰਲੀ ਨਜ਼ਰ ਆ ਰਿਹਾ ਹੋਵੇ ਤੇ ਫਸਟ ਹੈਗਾ ਆ, ਕਹਿੰਦੇ ਨੇਮ ਦਾ ਫੋਲੋਇੰਗ ਫਿਗਰ ਐਜ਼ ਅ ਪੁਆਇੰਟ, ਲਾਈਨ ਸੈਗਮੈਂਟ ਐਂਡ ਰੇਜ਼। ਕਹਿੰਦੇ ਇਹਨਾਂ ਫਿਗਰਸ ਵਿੱਚੋਂ ਦੱਸੋ ਕਿਹੜੀ ਲਾਈਨ ਆ, ਕਿਹੜੀ ਰੇ ਆ, ਕਿਹੜਾ ਪੁਆਇੰਟ ਆ ਅਤੇ ਕਿਹੜੀ ਲਾਈਨ ਸੈਗਮੈਂਟ ਆ। ਹੁਣ ਵੇਖੋ ਆਹ ਵੇਖੋ ਫਸਟ ਕੀ ਹੈਗਾ ਆ? PQ। ਹੁਣ P ਦਾ ਸਟਾਰਟਿੰਗ ਪੁਆਇੰਟ ਹੈਗਾ ਆ, ਪਰ ਐਰੋ ਦਾ ਮਤਲਬ ਕੀ ਹੁੰਦਾ ਆ? ਕਿ ਇਹ ਕਿਤੇ ਵੀ ਚੀਜ਼ ਖਤਮ ਨਹੀਂ ਹੋ ਰਹੀ, ਇਹ ਕੰਟੀਨਿਊਸਲੀ ਜਾ ਰਹੀ ਆ। ਐਰੋ ਦਾ ਮਤਲਬ ਇਹ ਹੁੰਦਾ ਹੈ ਕਿ ਇਹ ਚੀਜ਼ ਜਿਹੜੀ ਹੈ ਖਤਮ ਨਹੀਂ ਹੋਈ, ਇਹ ਹਲੇ ਕੰਟੀਨਿਊਸਲੀ ਵਧੀ ਜਾ ਰਹੀ ਆ, ਤੁਰੀ ਜਾ ਰਹੀ ਆ, ਠੀਕ ਹੈ। ਹੁਣ ਵੇਖੋ ਪਹਿਲੀ ਵਿੱਚ ਕੀ ਆ? ਇਹ ਫਿਗਰ ਵਿੱਚ ਕੀ ਆ? ਇਹਦਾ ਸਟਾਰਟਿੰਗ ਪੁਆਇੰਟ ਤੇ ਹੈਗਾ ਆ P, ਪਰ Q ਆ ਵੇਖੋ ਅੱਗੇ ਚੱਲਦਾ ਪਿਆ, ਐਰੋ ਪਿਆ ਹੈ, ਮਤਲਬ ਐਂਡ ਪੁਆਇੰਟ ਨਹੀਂ ਹੈਗਾ। ਇਹ ਕੀ ਹੋਈ? ਰੇ। ਅਗਲੇ 'ਚ ਬੀਚ ਕੀ ਆ? OP, ਠੀਕ ਹੈ। ਇਹਦਾ ਵੀ ਸਟਾਰਟਿੰਗ ਪੁਆਇੰਟ ਤੇ ਹੈਗਾ ਆ, ਐਂਡ ਪੁਆਇੰਟ ਨਹੀਂ ਹੈਗਾ, ਦੇਖੋ ਇਹ ਵੀ ਰੇ। ਅਗਲੇ C ਵਿੱਚ LM ਲਾਈਨ ਆ, ਠੀਕ ਹੈ। ਨਾ ਇਹਦਾ ਸਟਾਰਟਿੰਗ ਪੁਆਇੰਟ ਆ ਅਤੇ ਨਾ ਇਹਦਾ ਐਂਡ ਪੁਆਇੰਟ ਆ। ਇਹ ਕੀ ਹੋ ਗਈ? ਲਾਈਨ ਦਾ ਨਾ ਸਟਾਰਟਿੰਗ ਪੁਆਇੰਟ ਹੁੰਦਾ ਹੈ ਨਾ ਐਂਡ ਪੁਆਇੰਟ ਹੁੰਦਾ, ਬਹੁਤ ਸਾਈਡ ਆਪਾਂ ਐਕਸਟੈਂਡ ਕਰ ਸਕਦੇ ਹਾਂ। ਇਸ ਤਰ੍ਹਾਂ ਕਰਕੇ D ਜਿਹੜਾ ਉਹਦਾ ਐਂਡ ਸਟਾਰਟਿੰਗ ਵੀ ਆ ਅਤੇ ਐਂਡ ਵੀ ਆ। ਇਹ ਕੀ ਹੋ ਗਈ? ਲਾਈਨ ਸੈਗਮੈਂਟ। C ਪੁਆਇੰਟ ਆ, ਬਾਕੀ ਆਪੇ ਕਰ ਲਿਓ। ਹੁਣ ਉਹਦੇ ਵਿੱਚ ਕੀ ਐਕਸਰਸਾਈਜ਼ ਦੇ ਸੈਕਿੰਡ ਪਾਰਟ ਹੈਗਾ ਆ, ਕਹਿੰਦੇ ਨੇਮ ਦਾ ਰੇਜ਼ ਐਂਡ ਲਾਈਨਸ ਇਨ ਦਾ ਫੋਲੋਇੰਗ ਫਿਗਰ। ਕੀ ਇਹ 'ਚ ਤੁਸੀਂ ਦੱਸਣੀਆਂ ਹੈ ਕਿ ਕਿਹੜੀ ਕਿਹੜੀ ਲਾਈਨ ਹੈਗੀ ਆ ਅਤੇ ਕਿਹੜੀ ਕਿਹੜੀਆਂ ਰੇਜ਼ ਹੈਗੀਆਂ। ਰੇਜ਼ ਅਤੇ ਲਾਈਨਸ ਦੀ ਤੁਹਾਨੂੰ ਡੈਫੀਨੇਸ਼ਨ ਪਤਾ ਹੀ ਆ। ਰੇਜ਼ ਕੀ ਆ? ਜਿਹਦਾ ਕੋਈ ਸਟਾਰਟਿੰਗ ਪੁਆਇੰਟ ਹੋਊਗਾ, ਐਂਡ ਪੁਆਇੰਟ ਨਹੀਂ ਹੋਊਗਾ। ਜਿਵੇਂ OS ਆ, OR, OQ, OP, OW, OV, OU, OT, ਇਹ ਸਾਰੇ ਕੀ ਹੈਗੇ ਆ? ਰੇਜ਼ ਹੈਗੇ ਆ। ਅਤੇ ਲਾਈਨਸ ਕੀ ਆ? ਜਿਹੜੀਆਂ ਪੂਰੀਆਂ ਲਾਈਨਸ, ਠੀਕ ਹੈ। ਇਹ ਬਹੁਤ ਹੀ ਈਜ਼ੀ ਐਕਸਰਸਾਈਜ਼, ਈਵਨ ਐਕਸਰਸਾਈਜ਼ ਨਹੀਂ ਸਾਰਾ ਚੈਪਟਰ ਹੀ ਬਹੁਤ ਈਜ਼ੀ ਹੈਗਾ ਆ, ਠੀਕ ਹੈ। ਤੁਸੀਂ ਇਸ ਨੂੰ ਈਜ਼ੀਲੀ ਕੈਚਅਪ ਕਰ ਜਾਓਗੇ। ਹੁਣ ਜਿਵੇਂ ਅੱਗੇ ਤੁਹਾਨੂੰ ਮੈਂ ਦੱਸਦੀ ਹਾਂ, ਫਸਟ ਐਕਸਰਸਾਈਜ਼ ਵਿੱਚ ਤਾਂ ਕੁਛ ਐਵੇਂ ਆ, ਕੁਛ ਨਿਊ ਨਹੀਂ, ਮਤਲਬ ਕੁਛ ਡਿਫੀਕਲਟ ਨਹੀਂ ਮੈਂ ਕਹਿ ਸਕਦੀ। ਨਿਊ ਤਾਂ ਤੁਹਾਡੇ ਲਈ ਹੈਗਾ ਆ ਪਰ ਡਿਫੀਕਲਟ ਨਹੀਂ ਹੈ। ਉਹ ਕਿਹਦੇ ਮੈਂ ਦੱਸਦੀ ਹਾਂ ਐਕਸਰਸਾਈਜ਼ 14.2। ਉਹਦੇ ਵਿੱਚ ਬੱਚੇ ਤੁਸੀਂ ਕੀ ਪੜ੍ਹਨਾ ਹੈ? ਐਂਗਲ,
ठीक है। हुण देखो पहलां ते मतलब समझो कि एंगल बनता किवें ते एंगल की हुंदा है। एंगल आ इदां करके बनता है, इधर नूं हो सकता है, मतलब एवें वी दी शेप च होऊगा, वो इधर नूं शेप भी हो सकती वी दी, ठीक है। वो इदां भी शेप हो सकती है, ठीक है, इधर भी हो सकती है। हुण एंगल दी की टाइप्स होंदियां वो आपां नैक्सट एक्सरसाइज विच पढ़ांगे, ठीक है। हुण एंगल दा वेखो पहलां ते एंगल दी डेफिनेशन हुंदी है एक, वो वेखो एंगल आ ना इहदे विच आ जिहड़ियां आ ते आ जिन्होंने मैं नेम दे दिंदी हां ओ ए ते बी, ठीक है। आ वेखो आ दो की इहदियां आर्म्स, आर्म्स मतलब बावां जिन्होंने कहते आपां, ਜਿਹੜੀਆਂ ਇਹਦੀਆਂ ਮੈਂ ਕਹਾਂ ਵੀ ਇਹਦੀਆਂ ਆਰਮਸ ਕਿਹੜੀਆਂ ਆ, ਉਹ ਏ ਦੀ ਆਰਮ ਹੈਗੀ ਆ ਤੇ ਇੱਕ ਜਿਹੜੀ ਹੈਗੀ ਆ ਉਹ ਬੀ ਏ ਦੀ ਆਰਮ ਹੈਗੀ ਆ, ਠੀਕ ਹੈ। ਹੁਣ ਆ ਐਗਜ਼ੈਕਟ ਓ ਕੀ ਆ, ਐਗਜ਼ੈਕਟ ਓ ਜਿਹੜਾ ਇਹ ਵਰਟੈਕਸ ਹੈਗਾ ਆ, ਠੀਕ ਹੈ। ਅਗਰ ਤੱਕ ਪੁੱਛਿਆ ਜਾਵੇ ਵੀ ਵਰਟੈਕਸ ਕਿਹੜਾ ਹੈ, ਤੁਸੀਂ ਕੀ ਕਹੋਗੇ ਓ ਕੀ ਹੈਗਾ ਇਹਦਾ ਵਰਟੈਕਸ। ਦੋ ਹਰੇਕ ਐਂਗਲ ਦੀਆਂ ਦੋ ਆਰਮਸ ਹੁੰਦੀਆਂ ਆ, ਠੀਕ ਹੈ, ਇੱਕ ਵਰਟੈਕਸ ਹੁੰਦਾ ਹੈ ਤੇ ਇੱਕ ਹੀ ਐਂਗਲ ਹੁੰਦਾ ਹੈ। ਆਪਾਂ ਇਹਦੇ ਵਿੱਚ ਤੁਸੀਂ ਛੋੜੇ ਹੋ, ਤੁਸੀਂ ਇੰਟੀਰੀਅਰ ਐਂਗਲ ਦੀ ਗੱਲ ਕਰੋਗੇ, ਹੋਰ ਵੀ ਐਂਗਲ ਹੋਰ ਹੁੰਦੇ ਆ, ਪਰ ਆਪਾਂ ਜਸਟ ਹਲੇ ਇਹ ਗੱਲ ਤੁਹਾਡੀ ਉਹਦੇ ਅਕੋਰਡਿੰਗ ਕਰਾਂਗੇ, ਬੁੱਕ ਦੇ ਅਕੋਰਡਿੰਗ। ਹੁਣ ਐਂਗਲ ਕੀ ਆ, ਐਂਗਲ ਕਿਹੜਾ ਆ ਏ ਓ ਬੀ, ਜਿੱਥੇ ਆ ਵਰਟੈਕਸ ਹੋਏਗਾ ਨਾ ਐਂਗਲ ਨੂੰ ਐਵੇਂ ਡਿਨੋਟ ਕਰਦੇ ਆ, ਜਿਹੜਾ ਇਹ ਵਰਟੈਕਸ ਹੋਏਗਾ ਇਹੀ ਕੀ ਹੋਏਗਾ ਐਂਗਲ। ਹੁਣ ਮੈਂ ਐਂਗਲ ਨੂੰ ਲਿਖਣਾ ਕਿਵੇਂ ਆ, ਏ ਓ ਬੀ ਸੈਂਟਰ ਵਿੱਚ ਜਿਹੜਾ ਐਂਗਲ ਉਹ ਲਿਖਣਾ ਹੈ ਹਮੇਸ਼ਾ। ਹੁਣ ਐਂਗਲ ਕੀ ਆ ਏ ਓ ਬੀ, ਜੇ ਤੁਸੀਂ ਲਿਖਦੇ ਹੋ ਇਹਨੂੰ ਐਵੇਂ ਲਿਖ ਦੋਗੇ ਨਾ ਓ ਏ ਬੀ, ਗਲਤ ਰੋਂਗ ਆ, ਇਹਦਾ ਮਤਲਬ ਏ ਤੇ ਐਂਗਲ ਬਣ ਡਿਆ ਪਰ ਐਂਗਲ ਤੇ ਓ ਤੇ ਬਣਦਾ ਪਿਆ ਆ। ਹੁਣ ਇਹਦਾ ਐਂਗਲ ਆ, ਮਤਲਬ ਮੈਂ ਇਹਨੂੰ ਏ ਬੀ ਤੇ ਸੀ ਨੇਮ ਦੇਤਾ, ਠੀਕ ਹੈ। ਇਹਦਾ ਐਂਗਲ ਕਿੱਦਾਂ ਲਿਖਾਂਗੀ ਏ ਬੀ ਤੇ ਸੀ, ਬੀ ਤੇ ਐਂਗਲ ਬਣਦਾ ਪਿਆ ਹੈ ਆਹ ਵਾਲਾ, ਠੀਕ ਹੈ। ਬੀ ਤੇ ਐਂਗਲ ਬਣਦਾ ਪਿਆ, ਮੈਂ ਬੀ ਤੇ ਲਿਖਾਂਗੀ ਵੀ ਇਹਦੀ ਜਿਹੜੀ ਆ ਜਿਹੜਾ ਬਣੂਗਾ ਫਿਰ ਤੇ ਬਣੂਗਾ ਬੀ ਤੇ ਬਣੂਗਾ। ਹੁਣ ਵੇਖੋ ਇਦਾਂ ਹੀ ਹੈਗਾ ਆ ਐਕਸਰਸਾਈਜ਼ ਜਿਹੜੀ ਹੈ 14.2 ਆ, ਆਈਡੈਂਟੀਫਾਈ ਐਂਡ ਮਾਰਕ ਡਿਫਰੈਂਟ ਐਂਗਲਸ ਇਨ ਦਾ ਫੋਲੋਇੰਗ ਫਿਗਰ। ਹੁਣ ਵੇਖੋ ਫੋਲੋਇੰਗ ਫਿਗਰਸ ਹੈਗੀਆਂ ਆ, ਤੁਸੀਂ ਜਸਟ ਕੀ ਕਰਨਾ ਆ ਐਂਗਲ ਹੀ ਮਾਰਕ ਕਰਨੇ ਆ, ਨਥਿੰਗ ਐਲਸ, ਠੀਕ ਹੈ। ਹੁਣ ਪਹਿਲੇ ਚ ਕੋਨ ਆ, ਠੀਕ ਹੈ, ਐਵੇਂ ਕਰਕੇ ਕੋਨ ਬਣੀ ਹੋਈ ਆ, ਇਸ 'ਚ ਤੁਸੀਂ ਐਂਗਲ ਮਾਰਕ ਕਰ ਦੋਗੇ ਆਹ ਵਾਲਾ, ਠੀਕ ਹੈ, ਐਵੇਂ ਕਰਕੇ ਬਸ ਮਾਰਕ ਕਰ ਦੇਣਾ ਹੈ। ਅਗਲੇ 'ਚ ਬੁੱਕ ਬਣੀ ਹੋਈ ਆ, ਬੁੱਕ ਦੇ ਜਿਹੜੇ ਜਿੱਥੇ ਐਂਗਲ ਬਣ ਰਹੇ ਆ, ਜੇ ਮੰਨ ਲਓ ਐਵੇਂ ਬੁੱਕ ਬਣੀ ਪਈ ਆ ਨਾ, ਇੱਕ ਆਹ ਵਾਲਾ ਐਂਗਲ ਹੋ ਜਾਊਗਾ, ਇੱਕ ਆਹ ਵਾਲਾ ਐਂਗਲ ਹੋ ਜਾਊਗਾ, ਫਿਰ ਇਧਰੋਂ ਬੁੱਕ ਆ ਵਾ, ਇਧਰੋਂ ਆਹ ਵਾਲਾ ਐਂਗਲ ਹੋ ਜਾਊਗਾ, ਜਿੱਥੇ ਸ਼ਾਰਪ ਐਜਿਸ ਆ। ਹੁਣ ਜਿਵੇਂ ਕਹਾਂ ਵੀ ਆਹ ਵਾਲਾ ਵੇਖ ਇੱਕ ਵਾਰੀ, ਜਿਵੇਂ ਬੁੱਕ ਦਾ ਜਿੱਥੇ ਜਿੱਥੇ ਸ਼ਾਰਪ ਐਜ ਆ ਨਾ ਉੱਥੇ ਹੀ ਐਂਗਲ ਬਣੇ, ਤੁਸੀਂ ਜਸਟ ਐਂਗਲ ਬਣਾ ਦਿਓ, ਤੁਹਾਨੂੰ ਫੇਰ ਕਾਪੀ ਤੇ ਕਰਨ ਦੀ ਲੋੜ ਨਹੀਂ ਹੈਗੀ। ਸੈਕਿੰਡ ਪਾਰਟ ਵੀ ਤੁਸੀਂ ਬੁੱਕ ਤੇ ਰਹਿਣ ਦਿਓ। ਹੁਣ ਵੇਖੋ ਇਹਦੇ ਵਿੱਚ ਐਂਗਲ ਕਿਹੜਾ ਆ ਏ ਬੀ ਤੇ ਸੀ, ਬੀ ਦੇ ਐਂਗਲ ਬਣਿਆ ਬੀ ਸੈਂਟਰ ਤੇ ਐਂਗਲ ਦਾ ਸਾਈਨ ਐਵੇਂ ਦਾ ਹੁੰਦਾ ਆ, ਐਵੇਂ ਫਿਰ ਦੱਸ ਨਹੀਂ ਇਦਾਂ ਕਰਕੇ ਐਂਗਲ ਪਾਉਣਾ ਹੁੰਦਾ ਆ, ਜਿਵੇਂ ਪਹਿਲੇ 'ਚ ਬੰਦਾ ਪਿਆ ਏ ਬੀ ਤੇ ਸੀ, ਆਹ ਲਾਈਨ ਲਾਉਣੀ ਹੁੰਦੀ ਆਪਾਂ, ਇਹ ਐਂਗਲ ਦਾ ਸਾਈਨ ਹੁੰਦਾ ਹੈ, ਠੀਕ ਹੈ, ਸਿੰਬਲ ਹੁੰਦਾ ਹੈ। ਤੇ ਵਰਟੈਕਸ ਕਿਹੜਾ ਆ ਸਾਡੇ ਕੋਲ ਬੀ, ਠੀਕ ਹੈ। ਤੇ ਆਰਮਸ ਕਿਹੜੀਆਂ ਆ ਏ ਬੀ, ਆਰਮਸ ਕਿਹੜੀ ਆ ਏ ਬੀ ਤੇ ਬੀ ਸੀ, ਇਹ ਹੈਗੀਆਂ ਸਾਡੇ ਕੋਲ ਦੀਆਂ ਆਰਮਸ ਹੈਗੀਆਂ, ਠੀਕ ਹੈ। ਇੱਦਾਂ ਕਰਕੇ ਸਾਰੀ ਐਕਸਰਸਾਈਜ਼ ਕਰ ਲਿਓ। ਹੁਣ ਆਪਾਂ ਕਰਦੇ ਹਾਂ ਨੈਕਸਟ ਐਕਸਰਸਾਈਜ਼ 14.3, ਠੀਕ ਹੈ। ਉਹ ਥੋੜੀ ਜਿਹੀ ਇੰਪੋਰਟੈਂਟ ਹੈ ਤੁਹਾਡੇ ਲਈ, ਠੀਕ ਹੈ, ਨਿਊ ਵੀ ਆ ਤੇ ਇੰਪੋਰਟੈਂਟ ਵੀ ਆ, ਸਮਝਣੀ ਵੀ ਬਹੁਤ ਜ਼ਰੂਰੀ ਹੈ, ਠੀਕ ਹੈ। ਇਹਦੇ ਵਿੱਚ ਨਾ 3 ਟਾਈਪ ਦੇ ਆਪਾਂ ਹਲੇ ਐਂਗਲ ਪੜਾਂਗੇ। ਇੱਕ ਐਂਗਲ ਪੜਾਂਗੇ ਰਾਈਟ ਐਂਗਲ, 4 ਪੜਾਂਗੇ ਰਾਈਟ ਐਂਗਲ, ਅਕਿਊਟ ਐਂਗਲ, ऑब्ट्यूज एंगल, ते स्ट्रेट एंगल, ठीक है। हुणे समझो कि एंगल हुंदे किहड़े किहड़े आ। राइट एंगल किहड़ा हुंदा आ जिहड़ा एग्जैक्ट 90 डिग्री होवे, ठीक है, जिहड़ा की होवे एग्जैक्ट 90 डिग्री होवे। ते अक्यूट एंगल हुंदा है जिहड़ा लैस दैन 90 डिग्री होवे, ठीक है। मतलब कि जिहड़ा 90 तो घट होवे, भावें वो 85 आ, भावें 86 आ, 89 आ, 75 आ, 43, 45, 1, 2, 3, 5, 8 एंड ਜਿਹੜੇ ਵੀ 90 ਤੋਂ ਘੱਟ ਆ ਉਹ ਸਾਰੇ ਕੀ ਹੋਣਗੇ ਅਕਿਊਟ ਐਂਗਲ। ਤੇ ਆਬਟਿਊਸ ਐਂਗਲ ਕਿਹੜੇ ਹੁੰਦੇ ਆ ਜਿਹੜੇ ਮੋਰ ਦੈਨ
90 ਹੁਣ ਤੇ ਲੈਸ ਦੇਣ ਭਰ ਕੇ ਤੋਂ ਹੁਣ 182 ਠੀਕ ਹੈ। ਉਸ ਤੋਂ ਬਾਅਦ ਆ ਗਏ ਸਟ੍ਰੇਟ ਐਂਗਲ ਜਿਹੜੇ ਕਿੰਨੇ ਹੋਣ ਐਗਜ਼ੈਕਟ ਕਿੰਨੇ ਦਾ ਹੋਵੇ 180 ਦਾ ਹੋਵੇ ਠੀਕ ਹੈ, ਐਗਜ਼ੈਕਟ 180 ਦਾ ਹੋਵੇ। ਹੁਣ ਦੇਖੋ ਮਾੜੀ ਜਿਹੀ ਮੈਂ ਸ਼ੇਪ ਸਮਝਾ ਦਵਾਂ। ਜਿਹੜਾ ਰਾਈਟ ਐਂਗਲ ਆ ਨਾ ਉਹ ਬਿਲਕੁਲ ਸਟ੍ਰੇਟ ਐਵੇਂ ਕਰਕੇ ਬਣਦਾ ਹੈ, ਇੱਥੇ ਬਣਦਾ 90 ਦਾ ਐਂਗਲ 90 ਦਾ ਐਂਗਲ ਠੀਕ ਹੈ, ਬਿਲਕੁਲ ਸਟ੍ਰੇਟ ਐਂਗਲ ਜਿਹੜਾ ਐਂਗਲ ਹੁੰਦਾ ਆ 90 ਦਾ। ਹੁਣ ਜਿਹੜੇ ਅਕਿਊਟ ਐਂਗਲ ਆ ਨਾ ਉਹ ਪਤਾ ਕਿਵੇਂ ਦੇ ਹੋਣਗੇ, ਥੋੜੇ ਕੰਜਸਟਡ ਜੇ ਟਾਈਟ ਜਿਹੇ ਹੋਣਗੇ। ਜਿਵੇਂ ਮੰਨ ਲਓ 90 ਤੋਂ ਘੱਟ ਕਿਵੇਂ ਦਾ ਹੋ ਸਕਦਾ ਹੈ, ਐਵੇਂ ਹੋ ਸਕਦਾ ਹੈ ਠੀਕ ਹੈ। ਹੋਰ 90 ਤੋਂ ਘੱਟ ਕਿਵੇਂ ਹੋ ਸਕਦਾ ਹੈ, ਇਦਾਂ ਹੋ ਸਕਦਾ ਹੈ, ਇਦਾਂ ਛੋਟਾ ਲਾ ਲਓ, ਹੋਰ ਛੋਟਾ ਲਾ ਲਓ। ਇਹਦੀ ਡਾਇਰੈਕਸ਼ਨ ਕਿਸੇ ਪਾਸੇ ਨੂੰ ਵੀ ਹੋ ਸਕਦੀ ਹੈ, ਇੱਧਰ ਨੂੰ ਵੀ ਕੀਤਾ ਹੋ ਸਕਦਾ ਟਰਨ ਠੀਕ ਹੈ। ਤੁਸੀਂ ਬਸ ਇੰਨਾ ਕੁ ਯਾਦ ਰੱਖ ਲਿਓ ਕਿ ਜਿਹੜੇ ਐਂਗਲ ਬੰਦ ਹੋਣਦੇ ਹੋਣਗੇ ਨਾ, ਜਿਹੜੇ ਐਂਗਲ ਬੰਦ ਹੋਣਦੇ ਹੋਣਗੇ ਉਹ ਕਿਹੜੇ ਐਂਗਲ ਹੋਣਗੇ, ਅਕਿਊਟ ਐਂਗਲ ਹੋਣਗੇ। ਮਤਲਬ ਜਿਹੜੇ 90 ਤੋਂ ਛੋਟੇ ਹੋਣਦੇ ਹੋਣਗੇ, ਹੁਣ ਵੇਖੋ 90 ਤੋਂ ਛੋਟੇ ਇਦਾਂ ਹੋਣਗੇ ਨਾ, ਬੰਦ ਹੋਣਗੇ ਇੱਧਰ ਨੂੰ ਠੀਕ ਹੈ। ਜਿਹੜੇ 90 ਤੋਂ ਛੋਟੇ ਹੋਣਗੇ ਉਹ ਸਾਰੇ ਬੰਦ ਹੋਣਦੇ ਹੋਣਗੇ ਤੇ ਉਹ ਅਕਿਊਟ ਐਂਗਲ ਹੁੰਦੇ ਆ। ਉਸ ਤੋਂ ਬਾਅਦ ਆ ਜਾਓ ਆਬਟਿਊਸ ਐਂਗਲ। ਆਬਟਿਊਸ ਐਂਗਲ ਕਿਹੜੇ ਹੁੰਦੇ ਆ, 90 ਤੋਂ ਵੱਡੇ, ਮਤਲਬ ਜਿਹੜੇ ਐਂਗਲ 90 ਇੱਥੇ ਆ 90 ਤੋਂ ਇਦਾਂ, ਜਿਹੜੇ 90 ਤੋਂ ਓਪਨ ਹੋਣਦੇ ਹੋਣਗੇ ਇਦਾਂ ਕਰਕੇ ਠੀਕ ਹੈ, 90 ਤੋਂ ਵੱਡੇ ਹੁੰਦੇ ਹੋਣਗੇ ਉਹ ਆਬਟਿਊਸ ਐਂਗਲ ਹੁੰਦੇ ਆ। ਉਸ ਤੋਂ ਬਾਅਦ ਆ ਗਿਆ ਸਟ੍ਰੇਟ। ਸਟ੍ਰੇਟ ਦਾ ਮਤਲਬ ਕੀ ਹੁੰਦਾ ਆ, ਬਿਲਕੁਲ ਸਿੱਧਾ, ਜਿਹੜਾ ਬਿਲਕੁਲ ਸਟ੍ਰੇਟ ਹੋਏਗਾ ਠੀਕ ਹੈ, ਉਹ ਕਿੰਨੇ ਦਾ ਹੋਏਗਾ 180 ਦਾ ਐਂਗਲ ਐਵੇਂ ਕਰਕੇ ਬਣਦਾ ਹੈ ਹੁਣ ਠੀਕ ਹੈ। ਹੁਣ ਜਿਹੜੀ ਆਪਣੀ ਨੈਕਸਟ ਐਕਸਰਸਾਈਜ਼ ਆ ਨਾ 14.3 ਉਹ 'ਚ ਸੇਮ ਮੈਂ ਦੱਸ ਦਿੰਦੀ ਹਾਂ, ਸਮਝਾ ਦਿੰਦੀ ਹਾਂ। ਹੁਣ ਵੇਖੋ ਏਜ ਵਾਲਾ ਜਿਹੜਾ ਆ ਉਹ ਫਿਗਰ ਐਵੇਂ ਕਰਕੇ ਆ, ਮਤਲਬ ਇਹ ਬੰਦ ਹੋਣ ਦੀ ਆ, ਇਹ ਕੀ ਹੈ ਅਕਿਊਟ ਐਂਗਲ ਆ। ਅਗਲੀ ਵੇਖੋ, ਅਗਲੀ ਥੋੜੀ ਖੁੱਲਣ ਡਈ ਆ ਠੀਕ ਹੈ, ਖੁੱਲੀ ਪਈ ਆ, ਇਹ ਆਬਟਿਊਸ। ਅਗਲਾ ਬਿਲਕੁਲ ਸਟ੍ਰੇਟ ਆ, ਇਹ ਐਸ ਸਟ੍ਰੇਟ। ਹੁਣ ਅਗਲਾ ਸ਼ਾਰਪ 90 ਡਿਗਰੀ ਬਣਦਾ ਪਿਆ ਹੈ ਠੀਕ ਹੈ। ਉਸ ਤੋਂ ਬਾਅਦ ਆ ਵੇਖੋ ਇਹ ਵੀ ਕੀ ਹੈ ਬੰਦ ਹੋਣ ਡਈ ਹੈ, ਮਤਲਬ ਕਲੋਜ਼ ਹੁੰਦੀ ਪਈ ਹੈ, 90 ਤੋਂ ਘੱਟ ਅਕਿਊਟ ਆ। ਐਵੇਂ ਕਰਕੇ ਡੂ ਯੋਰਸੈਲਫ ਜਿਹੜਾ ਰੈਸਟ ਆਫ ਦੇ ਹੈਗੇ ਆ ਠੀਕ ਹੈ। ਆ ਵੇਖੋ ਆ ਮੈਂ ਦੱਸ ਦਿੰਦੀ ਹਾਂ ਕਿ ਆ ਖੁੱਲਦਾ ਪਿਆ ਆ, ਇਹ ਕੀ ਹੈਗਾ ਆ ਅਕਿਊਟ ਐਂਗਲ। ਆ ਛੋਟਾ ਵਿੱਚ ਬਣਿਆ ਪਿਆ ਆ ਅਕਿਊਟ ਐਂਗਲ, ਆ ਆਬਟਿਊਸ ਆ, ਆ ਅਕਿਊਟ ਆ। ਇੱਦਾਂ ਹੀ ਜਿਹੜੀਆਂ ਵਾ ਤੁਸੀਂ ਆ ਵੀ ਕਰਨਾ ਆ ਸੇਮ ਪੋਸਚਰ ਜਿਹੜੇ ਬਣੇ ਆ ਨਾ, ਪੋਸਚਰ ਬਣਾਏ ਹੋਏ ਆ, ਇਹ 'ਚ ਦੇਖ ਲਿਓ ਕਿਹੜਾ ਕਿਹੜਾ ਅਕਿਊਟ ਆ, ਕਿਹੜਾ ਕਿਹੜਾ ਆਬਟਿਊਸ ਆ ਠੀਕ ਹੈ। ਈਜ਼ੀ ਹੈਗੀ ਐਕਸਰਸਾਈਜ਼। ਅੱਗੇ ਆਪਣੀ 2 ਐਕਸਰਸਾਈਜ਼ ਰਹਿ ਜਾਣੀਆਂ ਆ 14.4 ਤੇ 14.5 ਠੀਕ ਹੈ। ਦੈਟ ਵੀ ਵਿਲ ਡੂ ਇਨ ਨੈਕਸਟ ਐਕਸਰਸਾਈਜ਼, ਨੈਕਸਟ ਵੀਡੀਓ ਸੌਰੀ ਠੀਕ ਹੈ। ਤੇ ਜਿੰਨਾ ਤੁਹਾਨੂੰ ਸਿਲੇਬਸ ਕਰਵਾਇਆ ਆ ਟਿਲ 14.3 ਆਪਣੀ ਫੇਅਰ ਕਾਪੀਜ਼ ਕੰਪਲੀਟ ਕਰ ਲਿਓ। ਓਕੇ ਬਾਏ ਬੱਚੇ।